ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਸਮੂਹ ਮੈਂਬਰ ਜੋ ਬਹੁਤ ਹੀ ਪਿਆਰ, ਉਤਸ਼ਾਹ ਤੇ ਚੜ੍ਹਦੀ ਕਲਾ ਦੇ ਵਿੱਚ ਇਹ ਪੁਰਬ ਬਹੁਤ ਹੀ ਵਜਦ ਦੇ ਵਿੱਚ ਸਤਿਗੁਰਾਂ ਦੀ ਅਸੀਸ ਆਪ ਸੰਗਤਾਂ ਦੇ ਪਿਆਰ ਸਹਿਯੋਗ ਸਦਕਾ ਹਰ ਸਾਲ ਮਨਾਉਂਦੇ ਹਨ। ਵਧਾਈ ਦੇ ਪਾਤਰ ਹਨ ਜੋ ਮਨ ਅੱਜ ਗਦਗਦ ਹੋਇਆ, ਜੋ ਬਹੁਤ ਸੁੰਦਰ ਪੰਡਾਲ ਜਿੱਥੇ ਸਤਿਗੁਰਾਂ ਦਾ ਇਤਨਾ ਸਤਿਕਾਰ। ਗੁਰੂ ਕਿਰਪਾ ਕਰੇ ਇਹਨਾਂ ਸਾਰੇ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸਤਿਗੁਰੂ ਰਾਮਦਾਸ ਮਹਾਰਾਜ ਦੀਆਂ ਖੁਸ਼ੀਆਂ ਇਹਨਾਂ ਦੀ ਝੋਲੀ 'ਚ ਪੈਣ, ਹੋਰ ਜ਼ਿਆਦਾ ਚੜ੍ਹਦੀ ਕਲਾ ਵਿੱਚ ਇਸੇ ਪ੍ਰਕਾਰ ਗੁਰਮਤਿ ਦੇ ਪ੍ਰਚਾਰ ਦੇ ਲਈ ਇਹ ਸੇਵਾ ਨਿਭਾਉਂਦੇ ਰਹਿਣ। ਸ਼ਬਦ ਕੀਰਤਨ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਦਾਸ ਨੇ ਇੱਕ ਬੇਨਤੀ ਕਰਕੇ ਆਗਿਆ ਮੰਗਣੀ ਹੈ। 10 ਨਵੰਬਰ ਨੂੰ ਗੁਰੂ ਕੀ ਸਾਧ ਸੰਗਤ ਜੀਓ, ਸਾਰੇ ਰਸਨਾਂ ਨੂੰ ਪਵਿੱਤਰ ਕਰੋ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਹਾਣਾ ਸਾਹਿਬ ਵਾਲੇ, ਜਿਨ੍ਹਾਂ ਨੇ ਸਤਿਗੁਰ ਦੀ ਅਪਾਰ ਕਿਰਪਾ ਦੁਆਰਾ ਆਪ ਜੀ ਨੂੰ ਮਨੋਹਰ ਬਾਣੀ ਨਾਲ ਜੋੜਿਆ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਦੇ ਵਿੱਚ ਆਪ ਜੀ ਨੂੰ ਇਤਿਹਾਸ ਸੁਣਾਇਆ ਹੈ। ਸਟੇਜ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਮੈਂ ਭਾਈ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਸਟੇਜ ਵੱਲੋਂ ਜੋ ਸਨਮਾਨ ਹੈ ਲੈਣ ਦੀ ਕਿਰਪਾਲਤਾ ਕਰਨ। ਸਰਦਾਰ ਕਵਲਜੀਤ ਸਿੰਘ ਜੀ ਗੋਨਾ, ਮੁੱਖ ਸੇਵਾਦਾਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਟਿਆਲਾ, ਉਹਨਾਂ ਨੂੰ ਬੇਨਤੀ ਹੈ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਜੋ ਚਿੱਤਰ ਹੈ ਉਹ ਉਹਨਾਂ ਨੂੰ ਮਾਣ ਬਖਸ਼ਿਸ਼ ਕੀਤਾ ਜਾਏ। ਸਰਦਾਰ ਕਵਲਜੀਤ ਸਿੰਘ ਜੀ ਗੋਨਾ, ਮੁੱਖ ਸੇਵਾਦਾਰ, ਭਾਈ ਸਾਹਿਬ ਜੀ ਦਾ ਸਨਮਾਨ ਕਰ ਰਹੇ ਹਨ ਜੀ। ਬੋਲੇ ਸੋ ਨਿਹਾਲ। ਗੁਰੂ ਪਿਆਰਿਓ, ਜੈਕਾਰਾ ਇੰਨਾ ਢਿੱਲਾ ਆਏਗਾ ਉਮੀਦ ਨਹੀਂ ਸੀ। ਗੱਜ ਵੱਜ ਕੇ ਜੈਕਾਰਾ ਲਾਓ। ਬੋਲੇ ਸੋ ਨਿਹਾਲ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਸਰਦਾਰ ਗੁਰਪ੍ਰੀਤ ਸਿੰਘ ਜੀ ਗਿੱਲ SSP ਸਾਹਿਬ ਸਾਡੇ ਵਿੱਚ ਪੁੱਜੇ ਹੋਏ ਹਨ। ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਟੇਜ ਵੱਲੋਂ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਜੀ। ਸਰਦਾਰ ਗੁਰਪ੍ਰੀਤ ਸਿੰਘ ਜੀ ਗਿੱਲ ਸਾਹਿਬ ਦਾ ਸਨਮਾਨ ਹੋ ਰਿਹਾ ਹੈ। ਬੋਲੇ ਸੋ ਨਿਹਾਲ। ਜਦੋਂ ਆਪਾਂ ਇੱਕ ਪ੍ਰੋਗਰਾਮ ਪਹਿਲਾਂ ਕਰਵਾਇਆ ਸੀ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀਆਂ ਅਸੀਸਾਂ ਸਦਕਾ ਪੂਰਨ ਗੁਰਸਿੱਖੀ ਦੇ ਵਿੱਚ, ਇਹਨਾਂ ਨੂੰ ਉਦੋਂ ਵੀ ਸਨਮਾਨਿਤ ਕੀਤਾ ਗਿਆ ਸੀ। ਸਰਦਾਰ ਗਿੱਲ ਸਾਹਿਬ ਵਧਾਈ ਦੇ ਪਾਤਰ ਹਨ। ਸਰਦਾਰ ਗੁਰਪ੍ਰੀਤ ਸਿੰਘ ਜੀ ਗਿੱਲ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਸਟੇਜ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ। ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਪ੍ਰੋਫੈਸਰ ਜਸਪਾਲ ਸਿੰਘ ਜੀ ਵਾਈਸ ਚਾਂਸਲਰ VC ਸਾਹਿਬ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ 5-7 ਮਿੰਟ ਦੀ ਹਾਜ਼ਰੀ ਦੇ ਦਿਓ ਜੀ ਆਪ ਕਿਰਪਾ ਕਰਕੇ ਸਟੇਜ ਤੇ ਆ ਕੇ। ਸਾਰੀਆਂ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ। ਸਾਡੇ ਸਤਿਕਾਰਯੋਗ ਸਰਦਾਰ ਜੱਸਾ ਸਿੰਘ ਜੀ, ਉਹ ਵੀ ਸਾਡੇ ਕੋਲ ਪੁੱਜੇ ਹਨ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਪੰਥ ਦੇ ਮਹਾਨ ਉੱਘੇ ਸਮਾਜ ਸੇਵਕ ਪੁੱਜੇ ਹਨ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਆਓ ਜੀ 5-7 ਮਿੰਟ ਦੀ ਵਿਚਾਰ ਪ੍ਰੋਫੈਸਰ ਜਸਪਾਲ ਸਿੰਘ ਜੀ ਵਾਈਸ ਚਾਂਸਲਰ, ਜੋ ਹਰ ਸਾਲ ਪਿਆਰ ਬਖਸ਼ਦੇ ਹਨ। ਜਦੋਂ ਅਸੀਂ ਇਹਨਾਂ ਨੂੰ ਬੇਨਤੀ ਕਰਨ ਗਏ ਸੀ ਤਾਂ ਇਹਨਾਂ ਨੇ ਕਿਹਾ ਮੇਰਾ ਲਖਨਊ ਦਾ ਪ੍ਰੋਗਰਾਮ ਹੈ। ਲਖਨਊ ਤੋਂ ਬਾਈ ਏਅਰ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਸਿੱਧਾ ਪ੍ਰੋਗਰਾਮ ਵਿੱਚ ਪੁੱਜੇ ਹਨ। ਬਹੁਤ ਬਹੁਤ ਧੰਨਵਾਦ, ਅਸੀਸਾਂ ਬਖਸ਼ਿਸ਼ ਕਰਦੇ ਹਨ। ਆਓ ਜੀ ਵਿਚਾਰ ਸਰਵਣ ਕਰੀਏ। ਉਪਰੰਤ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰ ਵਾਲੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਇੱਕ ਹੋਰ ਬੇਨਤੀ, ਇਹ ਅੱਜ ਦਾ ਜੋ ਪ੍ਰੋਗਰਾਮ ਹੈ MH1 ਚੈਨਲ ਵੱਲੋਂ ਡਾਇਰੈਕਟ ਟੈਲੀਕਾਸਟ ਕੀਤਾ ਜਾ ਰਿਹਾ ਹੈ। VC ਸਾਹਿਬ ਪ੍ਰੋਫੈਸਰ ਜਸਪਾਲ ਸਿੰਘ ਜੀ, ਜੀ ਆਇਆਂ ਨੂੰ। ਆਓ ਜੀ ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग साध संगत जी, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। सब तो पहला मैं सारी प्रबंधक कमेटी नूं बहुत बहुत मुबारकां देना चाहुंदा और उन्हां दा बेहद धन्नवाद मेरे मन चों निकल रहा है इस वास्ते कि हर साल समागम हुंदा है और इस समागम में हुमा के संगतां हिस्सा लैंदियां ने और बड़े विद्वान सज्जन कीर्तन कथा विचारां राहीं आके इत्थे हाज़री भरदे ने। ये ऐसा सुहावना सबब बनता है जिहदी होर कोई दूजी मिसाल मैनू देखण च नहीं मिलती। तो मैं इस सारे उद्यम लई सारी प्रबंधक कमेटी का बहुत बहुत धन्नवादी हाँ। और ख़ास तौर पर मैनू खुशी इस गल की है
ਕਿ ਇਸ ਸਮਾਗਮ ਰਾਹੀਂ ਅਸੀਂ ਬੱਚਿਆਂ ਨੂੰ, ਮੈਂ ਦੇਖ ਰਿਹਾ ਸੀ ਹੁਣੇ ਟੀਵੀ ਤੇ, ਬੱਚਿਆਂ ਨੂੰ ਅਸੀਂ ਬਾਣੀ ਨਾਲ ਜੋੜ ਰਹੇ ਹਾਂ, ਬੱਚਿਆਂ ਨੂੰ ਅਸੀਂ ਇਤਿਹਾਸ ਨਾਲ ਜੋੜ ਰਹੇ ਹਾਂ, ਬੱਚਿਆਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨਾਲ ਜੋੜ ਰਹੇ ਹਾਂ। ਤਾਂ ਮੈਂ ਬਹੁਤ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਇਹ ਉਦਮ ਪਟਿਆਲੇ ਵਿੱਚ ਔਰ ਪਟਿਆਲੇ ਦੀ ਧਰਤੀ ਦੇ ਕੇਂਦਰ ਵਿੱਚ ਇੰਨੀ ਵੱਡੀ ਸੰਗਤ ਦੀ ਹਾਜ਼ਰੀ ਵਿੱਚ ਹਰ ਸਾਲ ਹੁੰਦਾ ਹੈ। ਮੈਂ ਪਿੰਦਰਪਾਲ ਸਿੰਘ ਹੋਰੀ ਮਹਾਨ ਵਿਦਵਾਨ ਸਾਡੇ ਵਿਚਕਾਰ ਬੈਠੇ ਨੇ, ਉਹਨਾਂ ਨੇ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਨੇ। ਮੈਂ ਕੋਈ ਬਹੁਤੀ ਗੱਲ ਨਹੀਂ ਕਰਨੀ, ਮੈਂ ਸਿਰਫ ਇੱਕ ਨੁਕਤਾ ਮੇਰੇ ਮਨ 'ਚ ਹੈ ਔਰ ਮੈਂ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਦੇ ਹਵਾਲੇ ਨਾਲ ਉਸ ਨੁਕਤੇ ਨੂੰ ਜ਼ਰੂਰ ਆਪਣੇ ਜ਼ਿਹਨ ਵਿੱਚ ਰੱਖ ਲੈਣਾ ਚਾਹੀਦਾ ਹੈ। ਮੈਂ ਕਹਿਣਾ ਇਹ ਚਾਹੁੰਦਾ ਕਿ ਆਮ ਤੌਰ ਤੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਦੁਨੀਆ ਹੈ, ਪੂਰਾ ਗਲੋਬ ਜਿਹੜਾ ਹੈ, ਉਹ ਇੱਕ ਵਿਲੇਜ ਬਣ ਗਿਆ ਹੈ, ਇੱਕ ਪਿੰਡ ਬਣ ਗਿਆ ਹੈ ਔਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੂਰੀਆਂ ਘਟ ਗਈਆਂ ਨੇ, ਵਿਥਾਂ ਘਟ ਗਈਆਂ ਨੇ, ਨਜ਼ਦੀਕੀਆਂ ਵੱਧ ਗਈਆਂ ਨੇ। ਇਹ ਗੱਲ ਕਿਸੇ ਹੱਦ ਤੱਕ ਠੀਕ ਹੋ ਸਕਦੀ ਹੈ ਜੇ ਅਸੀਂ ਕਮਿਊਨੀਕੇਸ਼ਨ ਦੇ ਸਾਧਨ ਦੇਖੀਏ, ਸੰਚਾਰ ਦੇ ਮਾਧਿਅਮ ਦੇਖੀਏ, ਚੁੱਕਿਆ ਟੈਲੀਫੋਨ ਤੇ ਜਿਹਦੇ ਨਾਲ ਮਰਜ਼ੀ ਗੱਲ ਕਰ ਲਈਏ, ਜਾਂ ਦੂਜੇ ਪਾਸੇ ਅਸੀਂ ਦੇਖੀਏ ਕਿ ਟਰਾਂਸਪੋਰਟੇਸ਼ਨ ਦੇ ਸਾਧਨ ਵੱਧ ਗਏ, ਹਵਾਈ ਜਹਾਜ਼, ਤੇਜ਼ ਹਵਾਈ ਜਹਾਜ਼, ਉਸ ਤੋਂ ਤੇਜ਼ ਹਵਾਈ ਜਹਾਜ਼ ਆ ਗਏ, ਵਿਥਾਂ ਘਟ ਗਈਆਂ। ਪਰ ਇਹ ਪੂਰਾ ਸੱਚ ਨਹੀਂ, ਇਹ ਅਧੂਰਾ ਸੱਚ ਹੈ। ਪੂਰਾ ਸੱਚ ਇਹ ਹੈ ਕਿ ਵਿਥਾਂ ਬਹੁਤ ਵੱਧ ਗਈਆਂ ਨੇ। ਜ਼ਿਹਨ ਵਿੱਚ ਦੂਰੀਆਂ ਜਿਹੜੀਆਂ ਨੇ ਉਹ ਦਿਨ ਬ ਦਿਨ ਵੱਧ ਰਹੀਆਂ ਨੇ। ਆਪਸ ਵਿੱਚ ਤਫਰਕੇ ਜਿਹੜੇ ਨੇ ਉਹ ਦਿਨ ਬ ਦਿਨ ਵੱਧ ਰਹੇ ਨੇ। ਵਿਤਕਰੇ ਜਿਹੜੇ ਨੇ ਉਹ ਦਿਨ ਬ ਦਿਨ ਵੱਧ ਰਹੇ ਨੇ। ਜਿਹੜਾ ਟੋਲਰੈਂਸ ਦਾ ਲੈਵਲ ਹੈ, ਬਰਦਾਸ਼ਤ ਦਾ ਲੈਵਲ ਹੈ, ਉਹ ਘਟ ਰਿਹਾ ਹੈ। ਆਪਾਂ ਇੱਕ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਅਧੂਰਾ ਸੱਚ ਹੈ। ਵਿਥਾਂ ਵਧੀਆਂ ਨੇ, ਵਿਥਾਂ ਘਟੀਆਂ ਨਹੀਂ। ਜ਼ਿਹਨ ਵਿੱਚ ਦੂਰੀਆਂ ਵਧੀਆਂ ਨੇ, ਘਟੀਆਂ ਕੋਈ ਨਹੀਂ। ਮੈਨੂੰ ਇੱਕ ਸ਼ੇਰ ਚੇਤੇ ਆਂਦਾ है, बहुत खूबसूरत शेर है कि इस दौरे तरक्की के अंदाज निराले हैं, जहनों में अंधेरे हैं, सड़कों पे उजाले हैं। सड़कों ते बहुत उजाले हो गए ने, पर जहन जेड़े ने, जेड़ा मन जेड़ा है या साडी सोच जेड़ी है, उदा हनेरा नहीं मुक्या। ते ये भी इंकशाफ किया जा रहा है, ਇਹ ਵੀ ਕਿਹਾ ਜਾ ਰਿਹਾ ਵਿਦਵਾਨ ਸੱਜਣਾ ਵੱਲੋਂ ਕਿ ਆਉਣ ਵਾਲੇ ਦੌਰ ਵਿੱਚ ਇਹ ਤਕਰਾਰ ਵਧੇਗਾ। ਆਉਣ ਵਾਲੇ ਦੌਰ ਵਿੱਚ ਤਫਰਕੇ ਵਧਣਗੇ। ਆਉਣ ਵਾਲੇ ਦੌਰ ਵਿੱਚ ਧਰਮ ਦੇ ਆਧਾਰ ਤੇ, ਆਈਡੈਂਟੀਟੀ ਦੇ ਆਧਾਰ ਤੇ ਲੜਾਈਆਂ ਵਧਣਗੀਆਂ। ਇਹੋ ਜਿਹੀਆਂ ਸੰਭਾਵਨਾਵਾਂ ਵੱਡੇ ਵੱਡੇ ਵਿਦਵਾਨ ਵੈਸਟ ਵਿੱਚ ਬੈਠੇ, ਈਸਟ ਵਿੱਚ ਬੈਠੇ ਇਹ ਪੇਸ਼ੀਨ ਗੋਈ ਕਰ ਰਹੇ ਨੇ ਕਿ ਇਹੋ ਜਿਹੀ ਸੰਭਾਵਨਾ ਹੋ ਸਕਦੀ ਹੈ कि आने वाले दौर में तकरार, वितकरे, टकरा, और असी कह सकते हैं अज असी दुनिया का नक्शा देखिए तो शायद 50-60 मुल्क ऐसे होंगे जिथे लगातार किसी ना किसी रूप में लड़ाई चल रही है, किसी ना किसी रूप में तकरार चल रहा है, किसी ना किसी रूप में इंसरजेंसी चल रही है। मैं जिहड़ा नुकता कहना चाहता कि ऐसे हालात विच अगर कोई साडा मार्गदर्शन कर सकता है, ऐसे हालात विच अगर कोई सेध दे सकता है, ऐसे हालात विच अगर कोई संदेश दुनिया का रुख बदल सकता है तो वह संदेश साहिब श्री गुरु ग्रंथ साहब का है। ऐसे हालात विच अगर तकरार घटा सकता है कोई, दूरियां विथां घटा सकता है कोई, या कोई तफरके मिटा सकता है, तो वह गुरु ग्रंथ साहब की बाणी का संदेश है। इस हवाले नाल मैं कमेटी नूं मुबारक देंदा कि वह गुरु ग्रंथ साहब के संदेश का प्रचार प्रसार कर रहे हैं। पर हाली बड़ी सख्त लोड़ है कि गुरु ग्रंथ साहब के संदेश का प्रचार पूरी दुनिया में किया जाए। गुरु ग्रंथ साहब की बाणी विच की समोया है। भाई साहब, मैं हुणे जयपुर बोल के आया और उत्थे सूफीइज्म ते एक बहुत बड़ी कॉन्फ्रेंस सी और लोगों को इस गल का पता ही नहीं कि गुरु ग्रंथ साहब की बाणी विच बाबा फरीद बैठे ने। लोगों को यह पता ही नहीं कि बाबा फरीद गुरु ग्रंथ साहब की बाणी विच कह रहे हैं कि भाई कोई भी वितकरा जिहड़ा है
ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਤਣੀ, ਹਿਆਉ ਨਾ ਕਹਿ ਠਾਹੇ ਮਾਣਕ ਸਭ ਅਮੋਲ ਵੇ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੋ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਕਿਸੇ ਨੂੰ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਦੀ ਬਾਣੀ, ਔਰ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਦੀ ਬਾਣੀ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ, ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ, ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਔਰ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਵਿਚਕਾਰ ਸੰਵਾਦ ਹੋ ਰਿਹਾ। ਕਿਸੇ ਨੂੰ ਨਹੀਂ ਇਹ ਗੱਲ ਪਤਾ। ਔਰ ਮੈਂ ਉੱਥੇ ਇਹ ਵੀ ਗੱਲ ਕਹੀ, ਇਹ ਸੰਵਾਦ 3 ਸਦੀਆਂ ਬਾਅਦ ਹੋ ਰਿਹਾ। ਬਾਬਾ ਫਰੀਦ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਪਾਕਪਤਨ ਤੋਂ ਇਕੱਠੀ ਕੀਤੀ ਸੀ, ਪਰ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲੇ ਬਾਬਾ ਫਰੀਦ ਹੋਏ ਨੇ। ਔਰ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਦੀ ਬਾਣੀ ਦਾ ਸੰਕਲਨ ਜਿਹੜਾ ਉਹ ਔਰ ਬਾਬਾ ਫਰੀਦ ਦੇ ਆਉਣ ਵਿੱਚ 3 ਸਦੀਆਂ ਦਾ ਫਾਸਲਾ ਹੈ। ਇਹ ਸੰਵਾਦ 3 ਸਦੀਆਂ ਬਾਅਦ ਹੋ ਰਿਹਾ ਹੈ। ਔਰ ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਇਹ ਨਿਵੇਕਲੀ ਮਿਸਾਲ ਹੈ ਕਿ ਬੰਦੇ ਨਾਲ ਸੰਵਾਦ ਕਰਨ ਲਈ ਬੰਦਾ ਮੌਜੂਦ ਨਹੀਂ, ਪਰ ਉਹਦਾ ਟੈਕਸਟ ਮੌਜੂਦ ਹੈ, ਉਹਦੀ ਬਾਣੀ ਮੌਜੂਦ ਹੈ, ਔਰ ਬਾਣੀ ਨਾਲ ਸੰਵਾਦ ਗੁਰੂ ਨਾਨਕ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਕਰ ਰਹੇ ਨੇ। ਐਸਾ ਜਿਹੜਾ ਮੁਜਸਮਾ ਸਾਂਝੀਵਾਲਤਾ ਦਾ, ਪਿਆਰ ਦਾ, ਮੁਹੱਬਤ ਦਾ ਔਰ ਰਾਹ ਦਿਖਾਉਣ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ। ਮੈਂ ਟੋਇਨਬੀ ਨੇ ਇੱਕ ਗੱਲ ਕਹੀ ਸੀ ਔਰ ਉਹ ਪੱਲੇ ਬੰਨਣ ਵਾਲੀ ਹੈ। ਉਸਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਕੋਲ ਕੁਝ ਨਾ ਕੁਝ ਕਹਿਣ ਵਾਸਤੇ ਹਮੇਸ਼ਾ ਹੋਵੇਗਾ। ਇੱਕ ਲਾਈਨ, ਸਿਰਫ ਇੱਕ ਲਾਈਨ ਟੋਇਨਬੀ ਦੀ, ਕਿ ਗੁਰੂ ਗ੍ਰੰਥ ਸਾਹਿਬ ਕੋਲ ਕਹਿਣ ਲਈ ਹਮੇਸ਼ਾ ਕੁਝ ਨਾ ਕੁਝ ਹੋਏਗਾ। ਕਿੰਨਾ ਵੱਡਾ ਇਹ ਸੈਂਟੈਂਸ ਹੈ ਜਿਹੜਾ ਟੋਇਨਬੀ ਨੇ ਲਿਖਿਆ। ਰਾਧਾ ਕ੍ਰਿਸ਼ਨਨ ਜਿਹੜੇ ਸਾਡੇ ਰਾਸ਼ਟਰਪਤੀ ਰਹੇ ਨੇ, ਉਹਨਾਂ ਨੇ ਇੱਕ ਥਾਂ ਤੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਵਾਹ ਅੱਗੇ ਪਰਬਤ ਰਾਹ ਖੋਲ ਦੇਣਗੇ, ਸਮੁੰਦਰ ਜਿਹੜੇ ਨੇ ਉਹ ਵਿਥਾਂ ਕਰ ਦੇਣਗੇ, ਉਸ ਪ੍ਰਵਾਹ ਨੂੰ ਰੋਕ ਨਹੀਂ ਪਾਣਗੇ। ਐਸੀਆਂ ਜਿਹੜੀਆਂ ਗੱਲਾਂ ਨੇ ਉਹ ਸਾਡੇ ਲਈ ਇਹ ਦੱਸਣ ਵਾਸਤੇ ਮੈਂ ਸਮਝਦਾ ਕਿ ਸਾਨੂੰ ਸਮਝਣ ਵਾਸਤੇ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼। ਇੱਕ ਆਖਰੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਸੁਚੱਜੇ ਸਮਾਜ ਦੀ ਸਿਰਜਣਾ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਸੁਚੱਜੇ ਨਿਜ਼ਾਮ ਦੀ ਸਿਰਜਣਾ ਕਰਦੀ ਹੈ। ਐਸਾ ਨਿਜ਼ਾਮ, ਐਸਾ ਸਮਾਜ ਜਿਸ ਵਿੱਚ ਕੋਈ ਵਿਤਕਰਾ ਨਹੀਂ, ਨਾ ਜਾਤੀ ਦੇ ਆਧਾਰ ਤੇ ਵਿਤਕਰਾ, ਨਾ ਜੈਂਡਰ ਦੇ ਆਧਾਰ ਤੇ ਵਿਤਕਰਾ, ਨਾ ਰੁਤਬੇ ਦੇ ਆਧਾਰ ਤੇ। ਕਿਸੇ ਵੀ ਵਿਤਕਰੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਮੰਨਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਵਾਹ ਅੱਗੇ ਸਾਰੇ ਵਿਤਕਰੇ ਮਿਟ ਜਾਂਦੇ ਨੇ। ਐਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਔਰ ਸਾਰੀ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਦੇ ਬਾਰੇ ਦੱਸਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਔਰ ਮੈਨੂੰ ਲੱਗਦਾ ਹੈ ਕਿ ਪਟਿਆਲੇ ਦੀ ਧਰਤੀ ਤੇ ਇਹ ਜਿਹੜਾ ਉਦਮ ਹੋ ਰਿਹਾ, ਇਸ ਉਦਮ ਨੂੰ ਹੋਰ ਵੱਡਾ ਕਰੀਏ, ਐਸੀ ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਜਿਹੜੀ ਹੈ ਉਹ ਦੂਰ ਦੂਰ ਲੋਕਾਂ ਤੱਕ ਪਹੁੰਚਾ ਸਕੀਏ। ਮੈਨੂੰ ਸਰ ਮੁਹੰਮਦ ਇਕਬਾਲ ਦਾ ਇੱਕ ਕੰਪੋਜੀਸ਼ਨ ਬੜੀ ਚੰਗੀ ਲੱਗਦੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਹਵਾਲੇ ਨਾਲ ਔਰ ਸਿੱਖੀ ਦੇ ਹਵਾਲੇ ਨਾਲ ਔਰ ਸਿੱਖ ਧਰਮ ਦੀ ਭੂਮਿਕਾ ਦੇ ਹਵਾਲੇ ਨਾਲ। उसने क्या सी आशिकार उसने किया जो जिंदगी का राज था, हिंद को लेकिन ख्याली फलसफा पे नाज था, शमा हक से जो मुनव्वर हो ये वो महफिल न थी, बारिश रहमत हुई मगर ज़मीं काबिल न थी, आह शूद्र के लिए हिंदुस्तान गमखाना था, दर्द इंसानी से इस बस्ती का दिल बेगाना था, बुध कदा फिर बाद मुद्दत के मगर रोशन हुआ, नूर अब्राहीम से आज़र का घर रोशन हुआ, फिर उठी आखिर सदा तौहीद की पंजाब से, हिंद को एक मर्दे कामिल ने जगाया ख्वाब से। असी उस परंपरा दे पैरोकार हाँ, उस महान शख्सियत गुरु नानक पातशाह, गुरु पैगंबर, उन्हां दे पैरोकार हाँ। साडा ये फर्ज बनता है कि जिहड़ी तौहीद दी गल गुरु ग्रंथ साहब दी बाणी दे संदेश नूं कई बार मैं एक लाइन च बनन दी कोशिश करदा, है तो संभव नहीं, पर कई बार लगता है वननेस ऑफ गॉड एंड यूनिटी ऑफ मैनकाइंड, रब दी इकता ते मनुखा दी एकता, रब दी इकता वननेस ऑफ गॉड और मनुखता दी एकता, ये गुरु ग्रंथ साहब दी बाणी दा संदेश है। और मनु लगता है कि सानू ये संदेश पूरी दुनिया तक पहुँचाना चाहिए, ताइयों ਜਿਹੜੀਆਂ ਵਿਥਾਂ ਵੱਧ ਰਹੀਆਂ ਨੇ, ਜਿਹੜੇ ਵਿਤਕਰੇ ਵੱਧ ਰਹੇ ਨੇ, ਉਹਨਾਂ ਨੂੰ ਘਟਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਸਕਦੀ ਹੈ। मैं फिर एक बारी सारी कमेटी का बहुत बहुत धन्यवाद करदा
ਔਰ ਪੂਰੀ ਸੰਗਤ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਮੈਂ ਬਹੁਤ ਬਹੁਤ ਮੁਬਾਰਕ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰੂ ਕੀ ਸਾਧ ਸੰਗਤ ਜੀ, ਆਪ ਜੀ ਨੇ ਵੀਸੀ ਸਾਹਿਬ ਤੋਂ ਵਿਚਾਰ ਸੁਣੀ ਹੈ। ਪ੍ਰੋਫੈਸਰ ਜਸਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਪਿਆਰ ਬਖਸ਼ਿਸ਼ ਕੀਤਾ ਹੈ। ਮੈਂ ਬੇਨਤੀ ਕਰਾਂਗਾ ਸਰਦਾਰ ਕਵਲਜੀਤ ਸਿੰਘ ਜੀ ਗੋਨਾ ਜੀ ਨੂੰ ਵੀਸੀ ਸਾਹਿਬ ਜੀ ਦਾ ਸਤਿਕਾਰ ਕਰਨਗੇ ਜੀ। ਵੀਸੀ ਸਾਹਿਬ ਦਾ ਸਤਿਕਾਰ ਕੀਤਾ ਜਾਏਗਾ। ਮੈਂ ਬੇਨਤੀ ਕਰਾਂਗਾ ਐਸਪੀ ਉਬਰਾਏ ਸਾਹਿਬ, ਕਿਰਪਾ ਕਰਕੇ 2 ਮਿੰਟ ਆਪ ਜੀ ਆਪਣਾ ਸਨਮਾਨ, ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਵੀਸੀ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ। ਜੈਕਾਰੇ ਦੀ ਪ੍ਰਵਾਨਗੀ ਦਿਓ ਜੀ। ਬੋਲੇ ਸੋ ਨਿਹਾਲ। ਸਰਦਾਰ ਪਰਮਜੀਤ ਸਿੰਘ ਜੀ ਮੱਕੜ ਸਾਹਿਬ ਵੱਲੋਂ ਜੋ ਉਚੇਚੇ ਤੌਰ ਤੇ ਪੁੱਜੇ ਹਨ, ਸਰਦਾਰ ਅਵਤਾਰ ਸਿੰਘ ਜੀ ਮੱਕੜ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਜੀ। ਬੋਲੇ ਸੋ ਨਿਹਾਲ। ਪੰਥ ਆਪ ਜੀ ਦੇ ਸਨਮੁਖ ਐਸਪੀ ਉਬਰਾਏ ਸਾਹਿਬ, ਉਹਨਾਂ ਨੂੰ ਬੇਨਤੀ ਹੈ, ਉੱਗੇ ਸਮਾਜ ਸੇਵਕ ਆਪ ਜੀ ਰੋਜ਼ਾਨਾ ਦੇਖ ਰਹੇ ਹੋ ਇਹਨਾਂ ਦੀ ਬੋਰਡਾਂ ਤੇ ਫੋਟੋਆਂ, ਪੂਰੇ ਸਮਾਜ ਦੀ ਸੇਵਾ। ਕਿਸੇ ਤਰ੍ਹਾਂ ਦਾ ਕੋਈ ਹਸਪੀਟਲ, ਕੋਈ ਸਕੂਲ ਪੁਰਾਣਾ ਹੈ ਉਸ ਨੂੰ ਰੈਨੋਵੇਟ ਕਰਾ ਕੇ ਸੇਵਾਵਾਂ ਕਰਨੀਆਂ, ਬੱਚਿਆਂ ਦੀ ਸੇਵਾਵਾਂ ਕਰਨੀਆਂ। ਬਾਹਰ ਜੋ ਬੱਚੇ ਫਸੇ ਸਨ ਉਹਨਾਂ ਨੂੰ ਛੁਡਾਇਆ ਗਿਆ। ਇਹਨਾਂ ਵੀਰ ਜੀ ਦੀ ਮਿਹਰਬਾਨੀ। ਐਸਪੀ ਉਬਰਾਏ ਸਾਹਿਬ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ। ਸਰਦਾਰ ਜੱਸਾ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਉਹ ਵੀ ਕਿਰਪਾ ਕਰਕੇ ਆਪਣਾ ਸਨਮਾਨ ਲੈ ਲੈਣ। 1 ਮਿੰਟ ਵਾਸਤੇ ਸਟੇਜ ਤੇ ਆ ਜਾਣ ਜੀ। ਸਟੇਜ ਤੇ ਪਰਲੇ ਪਾਸੇ ਹਨ, ਕਿਰਪਾ ਕਰਕੇ ਇੱਧਰ ਆਉਣ ਦੀ ਕਿਰਪਾਲਤਾ ਕਰੋ ਜੀ। ਉਬਰਾਏ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੀ। ਬੋਲੇ ਸੋ ਨਿਹਾਲ। ਸਰਦਾਰ ਜੱਸਾ ਸਿੰਘ ਦੇ ਚਰਨਾਂ ਬੇਨਤੀ ਹੈ। ਦੱਸੋ ਇਹਨਾਂ ਨੂੰ ਡਿਟੇਲ ਦੱਸੋ। ਸਰਦਾਰ ਜੱਸਾ ਸਿੰਘ ਜੀ ਪੁੱਜ ਚੁੱਕੇ ਹਨ ਸਟੇਜ ਤੇ, ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਜੀ। ਸਰਦਾਰ ਜੱਸਾ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ ਜੀ। ਜਲਦੀ ਕਰੋ, ਜਲਦੀ ਕਰੋ ਮੰਤਰੀ ਜੀ। ਫੋਟੋ ਦਿਓ ਜੀ। ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਸਟੇਜ ਤੇ ਸ਼ੋਭਤ ਹੋ ਚੁੱਕੇ ਹਨ ਜੀ। ਆਓ ਜੀ ਆਪਾਂ ਕੀਰਤਨ ਦੀ ਲੜੀ ਵਿੱਚ ਜੁੜੀਏ। 50 ਮਿੰਟ ਦੀ ਹਾਜ਼ਰੀ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰ ਵਾਲੇ, ਉਹਨਾਂ ਤੋਂ ਉਪਰੰਤ ਸਿੰਘ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਸ਼੍ਰੋਮਣੀ ਕਥਾਵਾਚਕ, ਉਹ ਸਾਡੇ ਕੋਲ ਪੁੱਜ ਚੁੱਕੇ ਹਨ। ਉਹ ਆਪ ਜੀ ਦੇ ਸਨਮੁਖ ਗੁਰਬਾਣੀ ਵਿਚਾਰ ਦੁਆਰਾ ਆਪ ਜੀ ਨੂੰ ਨਿਹਾਲ ਕਰਨਗੇ। ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਦਾ ਫੋਨ ਆ ਚੁੱਕਾ ਹੈ, ਉਹ ਵੀ ਹੁਣੇ ਪੰਡਾਲ ਵਿੱਚ ਆ ਜਾਣਗੇ। ਇੱਕ ਆਪ ਜੀ ਨੂੰ ਹੋਰ ਖੁਸ਼ਖਬਰੀ ਦੇ ਦਈਏ। ਬੋਲੇ ਸੋ ਨਿਹਾਲ। ਇਹ ਪ੍ਰੋਗਰਾਮ ਅੰਮ੍ਰਿਤ ਵੇਲੇ 5 ਵਜੇ ਤੱਕ ਚੱਲੇਗਾ ਜੀ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੁਝ ਸਮਾਂ ਪਹਿਲਾਂ ਸਾਡੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਕੋਲ ਬੇਨਤੀ ਕਰਨ ਵਾਸਤੇ ਗਏ ਸੀ ਇਸ ਸਮਾਗਮ ਦੀ। ਤਕਰੀਬਨ ਗਿਆਨੀ ਜੀ ਨੇ ਬਹੁਤ ਪਿਆਰ ਬਖਸ਼ਿਆ, ਬਹੁਤ ਪਿਆਰ ਵਾਲੀ ਰੂਹ ਹਨ। ਸਮਾਂ ਬਹੁਤ ਮਹਾਂਪੁਰਸ਼ਾਂ ਕੋਲ ਘੱਟ ਹੁੰਦਾ ਹੈ, ਪਰ ਸਾਨੂੰ ਤਕਰੀਬਨ 1.25 ਘੰਟਾ ਗਲਵਕੜੀ ਵਿੱਚ ਲੈ ਕੇ ਗੁਰਮਤ ਵਿਚਾਰਾਂ ਦੀ ਸਾਂਝ ਕੀਤੀ। ਸਾਨੂੰ ਰਸਤਾ ਦੱਸਿਆ ਵੀ ਆਪ ਜੀ ਇਤਨਾ ਵੱਡਾ ਕਾਰਜ ਕਰਦੇ ਹੋ, ਜੋ ਗੁਰਪੁਰਬ ਮਨਾਉਣ ਦਾ ਐਸਾ ਉਪਰਾਲਾ ਵੀ ਕਰੋ ਜੋ ਗਰੀਬਾਂ ਦੀ ਕਿਤੇ ਮਦਦ ਹੋ ਸਕੇ। ਮਨ ਵਿੱਚ ਵਿਚਾਰ ਬਣਿਆ, ਮਹਾਂਪੁਰਸ਼ਾਂ ਦੇ ਬਚਨ ਸੁਣੇ। ਸਾਡਾ ਬਲਬਲਾ ਪਹਿਲਾਂ ਚੱਲਦਾ ਸੀ ਕੁਝ, ਕਿਉਂਕਿ ਬਾਹਰ ਬਿਲਕੁਲ ਪੰਡਾਲ ਦੇ ਨਾਲ 2 ਦੁਕਾਨਾਂ ਹਨ ਜਿਹੜੀਆਂ ਅਸੀਂ ਲੈਣ ਦਾ ਵਿਚਾਰ ਕਰ ਰਹੇ ਸੀ, ਪਰ ਕੁਝ ਸਿਸਟਮ ਨਹੀਂ ਸੈੱਟ ਹੋ ਰਿਹਾ ਸੀ। ਮਹਾਂਪੁਰਸ਼ਾਂ ਨਾਲ ਬਚਨ ਬਿਲਾਸ ਹੋਏ ਸਨ। ਗੋਨਾ ਜੀ ਨਾਲ ਵਿਚਾਰ ਕੀਤੀ ਗਈ। ਗੋਨਾ ਜੀ ਨੇ ਉਪਰਾਲਾ ਕੀਤਾ। ਹੁਣੇ ਸਾਡੇ ਕੋਲ ਐਸਪੀ ਉਬਰਾਏ ਸਾਹਿਬ ਆਏ ਹਨ, ਜੋ ਹੁਣੇ ਵੀ ਸਟੇਜ ਤੇ ਬਿਰਾਜਮਾਨ ਹਨ। ਐਸੀ ਮਹਾਨ ਸ਼ਖਸੀਅਤ ਹਨ। ਇਹਨਾਂ ਕਾਰਜਾਂ ਵਾਸਤੇ ਉਹਨਾਂ ਨੇ ਕਿਹਾ ਹੈ ਜੋ ਜਗ੍ਹਾ ਆਪ ਜੀ ਖਰੀਦ ਕਰਨਾ ਚਾਹੁੰਦੇ ਹੋ ਉਸ ਦੀ ਸਾਰੀ ਮਾਇਆ ਐਸਪੀ ਉਬਰਾਏ ਸਾਹਿਬ ਵੱਲੋਂ ਦਿੱਤੀ ਜਾਵੇਗੀ ਜੀ। 14 ਲੱਖ ਰੁਪਏ ਦੀ ਜਗ੍ਹਾ ਹੈ। ਉਹ 14 ਲੱਖ ਦੀ ਸੇਵਾ ਐਸਪੀ ਉਬਰਾਏ ਸਾਹਿਬ, ਜੈਕਾਰੇ ਦੀ ਪ੍ਰਵਾਨਗੀ ਗਾਜ ਵੱਜ ਕੇ ਦਿਓ, ਢਿੱਲਾ ਜੈਕਾਰਾ ਨਾ ਲਾਓ।
ਵਾਹਿਗੁਰੂ ਜੀ ਵਾਹਿਗੁਰੂ। ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। 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 ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਸਤਿਗੁਰ ਸਾਚੇ ਨਾਮ ਪਰ। ਸਤਿਗੁਰ ਸਾਚੇ ਨਾਮ ਪਰ। ਸਤਿਗੁਰ ਸਾਚੇ ਨਾਮ। ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ। ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ। ਜਗ ਦੇ ਉਦਾਹਰਣ ਨਵ ਨਿਧਾਨ ਭਗਤੈ ਭਵ ਤਾਰਨ। ਜਗ ਦੇ ਉਦਾਹਰਣ ਨਵ ਨਿਧਾਨ ਭਗਤੈ ਭਵ ਤਾਰਨ। ਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ। 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 ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ। ਮਨ ਗੁਰ ਪਰਚਾ ਪਾਇਓ। ਮਨ ਗੁਰ ਪਰਚਾ ਪਾਇਓ। ਮਨ ਗੁਰ ਪਰਚਾ ਪਾਇਓ। ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ। ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ। ਗੁਰ ਪ੍ਰਸਾਦ ਪਾਈਐ ਧਨ ਦੇ ਜਨਮ ਵਡ ਭਾਗੇ। ਗੁਰ ਪ੍ਰਸਾਦ ਪਾਈਐ ਧਨ ਦੇ ਜਨਮ ਵਡ ਭਾਗੇ। ਧਨ ਦੇ
ਨਿਸ਼ਾਨ ਬਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਮਨ ਗੁਰ ਪਰਚਾ ਪਾਇਓ ਮਨ ਗੁਰ ਪਰਚਾ ਪਾਇਓ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ 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 ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ 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 ਤੇ ਮੁਕਤੇ ਭਏ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਤੈ ਸ਼ਬਦ ਨਿਸ਼ਾਨ ਬਜਾਇਓ ਤੈ ਸ਼ਬਦ ਨਿਸ਼ਾਨ ਬਜਾਇਓ ਜੀ। ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰ ਵਾਲਿਆਂ ਪਾਸੋਂ। ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਜੀ ਸਟੇਜ ਵੱਲੋਂ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰੋ ਜੀ। ਸਰਦਾਰ ਕਵਲਜੀਤ ਸਿੰਘ ਜੀ ਮੁੱਖ ਸੇਵਾਦਾਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਉਹਨਾਂ ਦਾ ਸਨਮਾਨ ਕਰਨਗੇ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ। ਸਤਿਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ
ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। परम सन्मान योग चवर शतर तखत दे मालिक साहिब श्री गुरु ग्रंथ साहिब महाराज जी दे पावन पवित्र खजूरी अंदर जो हर साल सतगुरु गुरु रामदास जी महाराज सतगुरां दा पावन पवित्र आगमन पुरब आप प्रेम भावना शरधा नाल मनांदे हो। इस वरे भी भारी गिनती विच जिथे आप संगतां ने हजूर दे दर्शन दीदार कीते, उथे सतगुरु दे दर कर दे कीर्तनीए विचारक गुणी जन उन्हां पासों सतगुरां दी सिफतो सलाह सरवण कीती। दास ने इस समागम विच ये पहली हाजरी है, पर मैं आरंभता विच एक खिमा जरूर मंगांगा कि मैनू तकरीबन 4 सितंबर तो लैके इस शाम दे दीवान तक कोई दिन ऐसा नहीं जिस दिन 4-5 घंटे मैं स्पीच नहीं की। जो प्रोग्राम दिते हुए सन उन्हां ते पहुंचना मेरा अत लाजमी सी, क्योंकि प्रबंधक साहबान जां संगत दे मन विच कोई ऐसा ख्याल ना आवे जेड़ा मेरे ते तुहाडे दरमियान कोई दुविधा पैदा करे। मैं कुछ मिनट लाने ने, ज्यादा टाइम नहीं ला सकांगा। जे गुरु रामदास जी नूं भाया गला चलिया ते जरूर कोई समा बेनतियां करांगा। आप संगत बख्शो आसीस। जो भाई मनप्रीत सिंह होनी कीर्तन भी सरवण करा के गए, सोई रामदास गुर बल भण, मिल संगत धन धन करो, जे सतगुर लग प्रा पाईए सो सतगुर सिमरो नरो। इसे अमृत बचन नू आधार बना के आप जी दे दर्शन कर सकां। तुसी एक असीस बख्शो साध संगत। मेरा मालिक मैनू दे अरोगता बख्शे, मैं तुहाडे चरण अंतले सवास तक परसदा रहा। गुरु बख्शी फतेह स्वीकार करो जी। वाहिगुरु जी का खालसा, वाहिगुरु जी की फतेह। सतगुरु गुरु रामदास जी दे संबंध विच जिथे भाई नंद लाल साहब जी ने अपनी रचना विच उन्हां दी सिफत कीती है, जिथे गुरबाणी दे महान व्याख्याकार श्रीमान भाई साहब भाई गुरदास जी ने हजूर दी सिफत विच पौड़ियां लिखियां ने, उथे गुरु ग्रंथ साहब दी अमृत बाणी अंदर रामकली राग विच एक वार है, राय बलवंड तथा सतह डूम आखी, जिन्हां नूं अदब नाल आपां शब्द वरतने आ,
ਕਿ ਬਾਬਾ ਸੱਤਾ ਤੇ ਬਲਵੰਡ ਜੀ ਉਸ ਵਾਰ ਦੀਆਂ 8 ਪੌੜੀਆਂ ਨੇ। 7ਵੀਂ ਪੌੜੀ ਐਸੀ ਹੈ ਕਿ ਕੋਈ ਦਿਨ ਮੇਰਾ ਖਿਆਲ ਐਸਾ ਨਹੀਂ ਕਿ ਜਿਸ ਦਿਨ ਉਸ ਪੌੜੀ ਦਾ ਕੀਰਤਨ ਹਰਮੰਦਰ ਸਾਹਿਬ ਦੇ ਅੰਦਰ ਕੋਈ ਨਾ ਕੋਈ ਕੀਰਤਨੀਆ ਨਾ ਕਰਦਾ ਹੋਵੇ। ਉਹ 7ਵੀਂ ਪੌੜੀ ਹੈ, ਮੈਂ ਉਹ ਅਰਜ਼ ਕਰਨੀ। ਦੂਜਾ, ਗੁਰੂ ਗ੍ਰੰਥ ਸਾਹਿਬ ਚ ਮੁੱਖ ਵਾਕ ਸਵਈਏ ਨੇ ਤੇ ਭੱਟ ਸਾਹਿਬਾਨ ਜੀ ਦੇ ਸਵਈਏ। ਭੱਟ ਸਾਹਿਬਾਨ ਦੇ ਸਵਈਏ ਗਿਣਤੀ ਵਿੱਚ 123 ਨੇ, ਜਿਹੜੇ ਭੱਟਾਂ ਨੇ ਸਵਈਏ ਉਚਾਰਨ ਕੀਤੇ ਨੇ 5 ਪਾਤਸ਼ਾਹੀਆਂ ਦੀ ਸਿਫਤ ਵਿੱਚ। 63 ਸਵਈਏ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਅਰਜੁਨ ਦੇਵ ਦੀ ਸਿਫਤ ਵਿੱਚ ਉਚਾਰਨ ਕੀਤੇ। ਟੋਟਲ 123 ਨੇ। 63 ਸਵਈਏ 4 ਗੁਰੂ ਸਾਹਿਬਾਨਾਂ ਦੀ ਸਿਫਤ ਵਿੱਚ ਤੇ 60 ਸਵਈਏ ਭੱਟ ਸਾਹਿਬਾਨ ਜੀ ਨੇ ਕੇਵਲ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ। ਹੁਣੇ ਭਾਈ ਸਾਹਿਬ ਇਹ ਸ਼ਬਦ ਗਾਇਨ ਕਰਕੇ ਗਏ ਕਿ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਮੈਂ ਸਿਰਫ ਇਹਦੀ ਵਿਆਖਿਆ ਹੀ ਕਰਨੀ ਹੈ। ਉਂਝ ਵੈਸੇ ਉਹ ਪੌੜੀ ਰੋਜ਼ ਹਰਮੰਦਰ ਸਾਹਿਬ ਪੜੀ ਜਾਂਦੀ ਹੈ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇਹ ਵੀ ਰੋਜ਼ ਪੜੀ ਜਾਂਦੀ। ਇੱਕ ਸਵਾਲ ਹੈ ਕਿ ਗੁਰੂ ਰਾਮਦਾਸ ਨੂੰ ਧੰਨ ਕਹਿਣ ਦੇ ਨਾਲ ਮਿਲੇਗਾ ਕੀ? ਦੇਖੋ ਇਹ ਸ਼ਬਦ ਅਸੀਂ ਸਾਰੇ ਪੜ੍ਹਨੇ ਖਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਇੱਕ ਤਾਂ ਪਰਮਾਤਮਾ ਨੂੰ ਸ਼ਾਬਾਸ਼ ਕਿਹਾ ਗਿਆ, ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮਰੱਥ ਸਤਿਗੁਰੂ ਨੂੰ ਧੰਨ ਧੰਨ ਕਿਹਾ ਗਿਆ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਦੀ ਕਮਾਈ ਕਰਨ ਵਾਲੇ ਗੁਰਮੁਖ ਨੂੰ, ਮਹਾਂਪੁਰਖ ਨੂੰ, ਭਗਤ ਨੂੰ, ਗੁਰਸਿੱਖ ਨੂੰ, ਉਹਦੇ ਲਈ ਵੀ ਸ਼ਬਦ ਧੰਨ ਧੰਨ ਵਰਤੇ। ਜਿਵੇਂ ਅਸੀਂ ਦਾਤਾਰ ਦਾ ਇੱਕ ਬਚਨ ਪੜ੍ਹਨੇ। ਪਹਿਲੀ ਮੇਰੀ ਬੇਨਤੀ ਭਾਈ ਸਾਹਿਬ ਵਾਰ-ਵਾਰ ਗਾ ਰਹੇ ਸਨ ਕਿ ਧੰਨ ਧੰਨ ਕਰੋ, ਤੇ ਤਰਕ ਵਾਲਾ ਮਨ ਕਹੇਗਾ ਵਾਰ-ਵਾਰ ਧੰਨ ਧੰਨ ਕਰਨ ਨਾਲ ਕੀ ਹੋ ਜਾਏਗਾ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਅੰਦਰ ਹੈ। ਪਹਿਲਾ ਤਾਂ ਪਰਮਾਤਮਾ ਲਈ ਸ਼ਬਦ ਵਰਤਿਆ, ਸ਼ਾਬਾਸ਼ ਉਹਦੇ ਧੰਨ। ਆਸਾ ਕੀ ਵਾਰ ਦੇ 2 ਬਚਨ ਨੇ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਸ਼ਾਬਾਸ਼ ਦਾ ਅਰਥ ਵੀ ਧੰਨ ਹੈ। ਜਿਸ ਪਰਮਾਤਮਾ ਦਾ ਦਿੱਤਾ ਖਾ ਰਹੇ ਹਾਂ ਉਹਨੂੰ ਸ਼ਾਬਾਸ਼ ਬੋਲੀਏ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ। ਸ਼ਾਬਾਸ਼ ਕਿਹਾ। ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨੂੰ ਧੰਨ ਕਿਹਾ। ਅਸੀਂ ਦਾਤਾਰ ਦਾ ਇੱਕ ਬਚਨ ਪੜ੍ਹਦੇ ਹੁੰਨੇ ਕਿ ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਕਰ ਪੜਦਾ ਕੱਜਿਆ। ਸਤਿਗੁਰੂ ਨੂੰ ਧੰਨ ਕਹੋ ਜਿਹਨੂੰ ਮਿਲ ਕੇ ਸਾਡੇ ਅੰਦਰ ਤੇ ਬਾਹਰ ਦੇ ਪਰਦੇ ਢੱਕੇ ਗਏ। ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤੀ ਕਰਨ ਵਾਲੇ ਨੂੰ ਵੀ ਧੰਨ ਕਿਹਾ ਗਿਆ। ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ ਕਿ ਜੋ ਜਾਣੈ ਤੀ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਹੈ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਅਜੇ ਮੈਂ ਉਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਗੁਰੂ ਰਾਮਦਾਸ ਜੀ ਨੂੰ ਧੰਨ ਕਹਾਂਗੇ ਤੇ ਮਿਲੇਗਾ ਕੀ। ਦੇਖੋ ਇੱਕ ਯਾਦ ਰੱਖਿਓ ਕਿ ਜਿੰਨਾ ਕੋਈ ਆਪਣੇ ਗੁਰੂ ਨੂੰ ਵੱਡਾ ਕਹੇਗਾ, ਮੈਂ ਇਹ ਬੇਨਤੀ ਅਕਸਰ ਕਰਨਾ ਹੁੰਦਾ ਕਿ 2 ਚੀਜ਼ਾਂ ਨੇ ਸਮਾਜ ਵਿੱਚ, ਇੱਕ ਹੈ ਵਡਿਆਈ ਤੇ ਦੂਜੀ ਹੈ ਬੁਰਿਆਈ। ਇਉਂ ਕਹਿ ਲਈਏ ਇੱਕ ਹੈ ਚੰਗਿਆਈ ਤੇ ਦੂਸਰੀ ਹੈ ਬੁਰਿਆਈ। ਗੁਰੂ ਨਾਨਕ ਸਾਹਿਬ ਦੀ ਇੱਕ ਪੌੜੀ ਹੈ, ਕਹਿੰਦੇ ਨੇ ਜੇ ਇਨਸਾਨ ਤੂੰ ਆਪਣੇ ਅੰਦਰ ਦੀ ਬੁਰਿਆਈ ਖਤਮ ਕਰਨੀ ਚਾਹਨਾ ਤੇ ਫਿਰ ਇੱਕ ਕੰਮ ਕਰ, ਤੂੰ ਆਪਣੇ ਗੁਰੂ ਦੀ ਵਡਿਆਈ ਕਰਨ ਲੱਗ ਪਾ। ਮਹਾਰਾਜ ਇਹਦੇ ਨਾਲ ਕੀ ਹੋਏਗਾ?
सतगुरु ने फरमाया कि जितना कोई अपने गुरु दियां वडियाइयां करेगा, सच ए वे गुरु ओनियां ओदे अंदर दियां बुराइयां दा खात्मा कर देवे। जिन्ना कोई गुरु नूं वड्डा कहेगा, सच ए वे वड्डा कहण वाले नूं भी गुरु वड्डा बना देवे। गुरु नानक साहब दी पौड़ी है, पौड़ी सतगुरु वड्डा कर सहलाई है। असी सारे आसा की वार विच पढ़ने। मैं एक बेनती करा कि वाइस चांसलर साहब डॉक्टर जसपाल सिंह बोल के गए, उन्हां बा कमाल कुछ ख्याल दिते ते जिन्हां नूं समझ पाए उन्हां समझे। वो एक गल कह के गया कि बाहर दियां दूरियां जिहड़ा साडा अजकल सिस्टम है, फोन है, जहाज ने, रॉकेट ने, शटल ने, ये सचमुच बंदे नूं एक दूजे दे नेड़े लियाए, जसमानी तौर ते नेड़े लियाए ने, पर मानसिक पद्धर ते बंदे अज एक दूजे तो बहुत दूर चले गए। सच ए वे कि धर्मां दी गल छड्डो, अज तो 40 साल पहला अपने परिवार दे सिस्टम नूं देखो ते अज दे सिस्टम भी झाती मार के देखो। जेड़ी अपनत प्यार अज तो 40 साल पहला सी, अज सच एवे कि एक भरा दूजे भरा नूं वेख के राजी नहीं। ये क्यों सिस्टम इहो जिहा बन गया कि परिवार अंदर दूरी बन रही। ते दास तां कई वारी बेनती करदा है कि बंदिया तू विकास बहुत कीता, पर अंदर दा विकास तेरा गवाच गया। विकास दा अर्थ है तरक्की। तेरे कोल बाहर दा विकास बड़ा है, पर तेरे कोल अंदर दा विकास नहीं। विकास दा अर्थ है अंदर दा खेड़ा। जे तू चाहना है कि मेरे अंदर दी बुराई खत्म होवे, एक काम कर, तू अपने गुरु दी वडियाई कर। गुरु नानक साहब दी पौड़ी है,